ਪੰਜਾਬ ਵਿਧਾਨ ਸਭਾ ਦੀ ਗੱਲ ਕਰੀਏ ਤੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਇਜਲਾਸ ਹੋਇਆ ਸੀ, ਜਿਸ ਦੇ ਵਿੱਚ ਕਈ ਵਿਸ਼ੇਸ਼ ਬਿੱਲ ਜਿਹੜੇ ਨੇ ਪਾਸ ਹੁੰਦੇ ਨਜ਼ਰ ਆਏ ਸੀ। ਆ ਬਿੱਲ ਜਿਹੜੇ ਨੇ ਰਾਜਪਾਲ ਕੋਲ ਭੇਜੇ ਗਏ ਸੀ ਕਿ ਰਾਜਪਾਲ ਜਿਹੜੇ ਨੇ ਇਨ ਬਿੱਲਾਂ ਦੇ ਉੱਪਰ ਹਸਤਾਖਰ ਕਰਕੇ ਇਹਨਾਂ ਨੂੰ ਮਨਜ਼ੂਰੀ ਦੇਣ ਦਾ ਕੰਮ ਕਰਦੇ ਹੋਏ ਨਜ਼ਰ ਆਣ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਵੀ ਰਾਜਪਾਲ ਨੂੰ ਇੱਕ ਲੈਟਰ ਭੇਜਿਆ ਗਿਆ ਸੀ। ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਜਿਹੜੇ ਬਿੱਲ ਤੁਹਾਡੇ ਕੋਲ ਪਹੁੰਚੇ ਨੇ, ਖਾਸ ਕਰਕੇ ਗੁਰਬਾਣੀ ਦਾ ਫ੍ਰੀ ਟੂ ਏਅਰ ਪ੍ਰਸਾਰਣ ਦਾ ਜਿਹੜਾ ਬਿੱਲ ਹੈ ਉਸ ਨੂੰ ਛੇਤੀ ਤੋਂ ਛੇਤੀ ਪਾਸ ਕਰਕੇ ਸਾਨੂੰ ਭੇਜੋ ਤਾਂ ਕਿ ਗੁਰਬਾਣੀ ਦਾ ਪ੍ਰਸਾਰਣ ਫ੍ਰੀ ਟੂ ਏਅਰ ਹੋ ਸਕੇ। ਲੇਕਿਨ ਕੱਲ ਰਾਜਪਾਲ ਸਾਹਿਬ ਦੀ ਇੱਕ ਚਿੱਠੀ ਆਉਂਦੀ ਹੈ ਜਿਸ ਦੇ ਵਿੱਚ ਉਹ ਵਿਧਾਨ ਸਭਾ ਇਜਲਾਸ ਤੇ ਹੀ ਸਵਾਲ ਚੁੱਕ ਦਿੰਦੇ ਨੇ। ਮਾਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਸਾਡੇ ਨਾਲ ਨੇ, ਗੱਲਬਾਤ ਕਰ ਲੈਣੇ। ਕੰਗ ਸਾਹਿਬ, ਬਿੱਲਾਂ ਤੇ ਆਸ ਸੀ ਕਿ ਆ ਬਿੱਲ ਪਾਸ ਹੋਣਗੇ ਤੇ ਗੁਰਬਾਣੀ ਦਾ ਪ੍ਰਸਾਰਣ ਫ੍ਰੀ ਟੂ ਏਅਰ ਹੋ ਪਾਏਗਾ। ਇਸ ਤੋਂ ਇਲਾਵਾ ਵੀ 2-3 ਬਿੱਲ ਹੋਰ ਸੀ ਜਿਨ੍ਹਾਂ ਨੂੰ ਲੈ ਕੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਸਰਕਾਰ ਕਹਿੰਦੀ ਨਜ਼ਰ ਆ ਰਹੀ ਸੀ ਕਿ ਅਗਰ ਬਿੱਲ ਪਾਸ ਹੋ ਗਏ ਤੇ ਫਿਰ ਵਿਵਸਥਾ ਜਿਹੜੀ ਆ ਉਹ ਸੁਧਰਦੀ ਹੋਈ ਨਜ਼ਰ ਆਏਗੀ। ਲੇਕਿਨ ਹੁਣ ਰਾਜਪਾਲ ਸਾਹਿਬ ਦੀ ਤਰਫੋਂ ਜਿਹੜੀ ਚਿੱਠੀ ਦਾ ਰਿਪਲਾਈ ਆਇਆ ਜਿਸ ਦੇ ਵਿੱਚ ਉਹ ਵਿਧਾਨ ਸਭਾ ਇਜਲਾਸ ਤੇ ਹੀ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ, ਕਿੱਦਾਂ ਦੇਖਦੇ ਹੋ ਤੁਸੀਂ ਇਸ ਮਸਲੇ ਨੂੰ? ਦੇਖੋ, ਜਿਹੜੇ ਗਵਰਨਰ ਸਾਹਿਬ ਹੈ ਇਹਨਾਂ ਨੇ ਤੇ ਆਪਣੀ ਮਨਸ਼ਾ ਜਿਹੜੀ ਹੈ ਉਹ ਸੈਸ਼ਨ ਦੇ ਦੌਰਾਨ ਹੀ ਜ਼ਾਹਿਰ ਕਰਤੀ ਸੀ, ਕਿਉਂਕਿ ਉਹ ਇੱਕ ਤੈਅਸ਼ੁਦਾ ਏਜੰਡੇ ਤੇ ਕੰਮ ਕਰ ਰਿਹਾ। ਗਵਰਨਰ ਸਾਹਿਬ ਨੇ ਤਾਉਮਰ ਭਾਜਪਾ ਲਈ ਕੰਮ ਕੀਤਾ ਹੈ ਤੇ ਭਾਜਪਾ ਨੇ ਉਹਨਾਂ ਨੂੰ ਗਵਰਨਰ ਬਣਾ ਕੇ ਉਹਨਾਂ ਦਾ ਮੁੱਲ ਪਾਇਆ। ਸੋ ਇਹ ਉਹਨਾਂ ਦੀ ਸਮਝ ਲਓ ਇੱਕ ਤਰ੍ਹਾਂ ਦੀ ਡਿਊਟੀ ਆ ਵੀ ਜੋ ਸੈਂਟਰ ਸਰਕਾਰ ਨੇ ਕਹਿਣਾ ਹੈ ਗਵਰਨਰ ਸਾਹਿਬ ਨੇ ਉਸ ਏਜੰਡੇ ਨੂੰ ਅੱਗੇ ਵਧਾਉਣਾ। ਔਰ ਆਪਾਂ ਦੇਖਿਆ ਵੀ ਆ ਰੀਸੈਂਟਲੀ ਦੇਸ਼ ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨਹੀਂ ਬਣੀਆਂ ਉੱਥੇ ਗਵਰਨਰ ਹੋਣ ਜਾਂ ਲੈਫਟੀਨੈਂਟ ਗਵਰਨਰ, ਉਹ ਚੁਣੀਆਂ ਹੋਈਆਂ ਸਰਕਾਰਾਂ ਦੇ ਕੰਮਕਾਜ 'ਚ ਦਖਲਅੰਦਾਜ਼ੀ ਕਰਦੇ ਆ ਰਹੇ ਆ। ਅਦਰਵਾਈਜ਼ ਜੋ ਸਾਡਾ ਕੌਨਸਟੀਟਿਊਸ਼ਨ ਹੈ, ਸੰਵਿਧਾਨ, ਉਹਦਾ ਉਹ 'ਚ ਬੜੀ ਸਪਸ਼ਟਤਾ ਨਾਲ ਇਹ ਕਿਹਾ ਗਿਆ ਹੈ ਵੀ ਗਵਰਨਰ ਵਿਲ ਐਕਟ ਔਨ ਦਾ ਏਡ ਐਂਡ ਐਡਵਾਈਸ ਆਫ ਕਾਊਂਸਲ ਆਫ ਮਿਨਿਸਟਰ ਐਂਡ ਗਵਰਨਰ ਇਜ਼ ਏ ਮਿਨੀਮਲ ਹੈਡ ਆਫ ਸਟੇਟ। ਸੋ ਗਵਰਨਰਸ ਦਾ ਬੇਸਿਕਲੀ ਕੰਮ ਤੇ ਇਹੀ ਆ ਵੀ ਸੈਂਟਰ ਔਰ ਸੂਬੇ ਦੇ ਵਿੱਚ ਜਿਹੜਾ ਇੱਕ ਤਾਲਮੇਲ ਹੈ ਉਹਨੂੰ ਬਿਹਤਰ ਬਣਾਉਣਾ। ਅਨਫੋਰਚੂਨੇਟਲੀ ਪੰਜਾਬ ਦੇ ਗਵਰਨਰ ਪਹਿਲੇ ਦਿਨ ਤੋਂ ਫਰੋਮ ਦਾ ਫਸਟ ਡੇ ਉਹਨਾਂ ਦੀ ਇਹੀ ਕੋਸ਼ਿਸ਼ ਰਹੀ ਹੈ ਵੀ ਜਿਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਕੰਮ ਕਰ ਰਹੀ ਹੈ, ਲੋਕ ਹਿੱਤ ਲਈ ਫੈਸਲੇ ਲੈ ਰਹੀ ਹੈ, ਲਗਾਤਾਰ ਪੰਜਾਬ ਜਿਹੜਾ ਆਰਥਿਕ ਤੌਰ 'ਤੇ ਮਜ਼ਬੂਤ ਹੋ ਰਿਹਾ ਹੈ, ਇਸ ਗਵਰਨੈਂਸ ਦੇ ਮਾਡਲ ਤੋਂ ਸਰਕਾਰ ਨੂੰ ਭਟਕਾਉਣਾ ਕਿਸ ਤਰ੍ਹਾਂ ਹੈ, ਸਰਕਾਰ ਦੇ ਕੰਮਾਂ 'ਚ ਇੰਟਰਫੇਅਰ ਕਿਸ ਤਰ੍ਹਾਂ ਕਰਨਾ ਹੈ ਔਰ ਗਵਰਨੈਂਸ ਜਿਹੜੀ ਆ ਉਹ ਉਸ ਏਜੰਡੇ ਨੂੰ ਅੱਗੇ ਨਾ ਵਧਣ ਦੇਣਾ। ਕੋਈ ਹੋਰ ਚਾਹੇ ਦੇਖੋ ਪਿੱਛੇ ਜੇ ਜਾ ਕੇ ਦੀ ਬਾਰਡਰ ਏਰੀਏ 'ਤੇ ਜਾ ਕੇ ਉਹਨਾਂ ਨੇ ਵਿਜ਼ਿਟ ਕਰ ਲਏ। ਹਾਲਾਂਕਿ ਬਾਰਡਰ ਏਰੀਏ ਲਈ ਪੰਜਾਬ ਸਰਕਾਰ ਕਹਿੰਦੀ ਸੈਂਟਰ ਸਾਨੂੰ ਸਪੈਸ਼ਲ ਪੈਕੇਜ ਦੇਵੇ, ਗਵਰਨਰ ਸਾਹਿਬ ਨਹੀਂ ਬੋਲਦੇ। ਪੰਜਾਬ ਯੂਨੀਵਰਸਿਟੀ ਵਾਲੇ ਇਸ਼ੂ 'ਤੇ ਦੇਖਿਆ ਗਵਰਨਰ ਸਾਹਿਬ ਸ਼ਰੇਆਮ ਹਰਿਆਣੇ ਦਾ ਪੱਖ ਪੂਰਦੇ ਨਜ਼ਰ ਆਏ। ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਕੈਪੀਟਲ ਬਣਾਈ, ਗਵਰਨਰ ਸਾਹਿਬ ਹਮੇਸ਼ਾ ਹਰਿਆਣੇ ਦੇ ਪੱਖ 'ਚ। ਸੋ ਇਸ ਤਮਾਮ ਇਹ ਗੱਲਾਂ ਇਹ ਦਰਸਾਉਂਦੀਆਂ ਵੀ ਗਵਰਨਰ ਸਾਹਿਬ ਇੱਕ ਤੈਅਸ਼ੁਦਾ ਭਾਜਪਾ ਦੇ ਏਜੰਡੇ 'ਤੇ ਕੰਮ ਕਰਦੇ ਆ। ਪਿਛਲਾ ਜਿਹੜਾ ਸੈਸ਼ਨ ਸੀ ਉਹ ਰੂਲ ਆਫ ਲਾਅ ਦੇ ਹਿਸਾਬ ਨਾਲ ਸੀ, ਜੋ ਇੱਕ ਵਿਧਾਨ ਸਭਾ ਦੀ ਡਿਸਕ੍ਰਿਸ਼ਨ ਹੈ, ਇੱਕ ਚੁਣੀ ਹੋਈ ਸਰਕਾਰ ਦੀ ਜੋ ਤਾਕਤ ਹੈ, ਜੋ ਲੋਕਾਂ ਦਾ ਮੈਂਡੇਟ ਹੈ, ਉਸ ਮੈਂਡੇਟ ਦੇ ਰਾਹੀਂ ਸੰਵਿਧਾਨ ਦੇ ਦਾਇਰੇ ਜਿਹੜਾ ਆ ਸੈਸ਼ਨ ਸੱਦਿਆ ਗਿਆ ਸੀ। ਸੋ ਗਵਰਨਰ ਸਾਹਿਬ ਦਾ ਇਹ ਕਹਿਣਾ ਵੀ ਇਹ ਅਨਕੌਂਸਟੀਟਿਊਸ਼ਨਲ ਪੂਰੀ ਤਰ੍ਹਾਂ ਗੈਰ ਵਾਜਿਬ ਹੈ ਔਰ ਸਿੱਧਾ ਚੁਣੀ ਹੋਈ ਸਰਕਾਰ ਦੇ ਕੰਮ 'ਚ ਦਖਲਅੰਦਾਜ਼ੀ। ਫਿਰ ਹੁਣ ਆਪਸ਼ਨ ਕੀ ਹੈ ਸਰਕਾਰ ਕੋਲ, ਕਿਉਂਕਿ ਉਹਨਾਂ ਨੇ ਤੇ ਸਿੱਧੇ ਤੌਰ ਤੇ ਸੈਸ਼ਨ ਦੀ ਜਿਹੜਾ ਕਿਹਾ ਗਿਆ ਸੀ ਕਿ ਜਿਹੜਾ ਜਿਸ ਨਿਯਮ ਦੇ ਤਹਿਤ ਸੈਸ਼ਨ ਬੁਲਾਇਆ ਗਿਆ ਉਸ ਦੇ ਉੱਪਰ ਸਵਾਲ ਚੁੱਕ ਦਿੱਤੇ ਨੇ। ਬਿੱਲਾਂ ਨੂੰ ਲੈ ਕੇ ਵੀ ਕਹਿ ਰਹੇ ਨੇ ਕਿ ਕਾਨੂੰਨੀ ਰਾਏ ਲਿੱਤੀ ਜਾ ਰਹੀ ਹੈ ਪ੍ਰੋਪਰ, ਔਰ ਅਗਰ ਕਾਨੂੰਨ ਦੀ ਰਾਏ ਦੇ ਮੁਤਾਬਿਕ ਆ ਬਿੱਲ ਪਾਸ ਕਰਨੇ ਹੋਣਗੇ ਤਾਂ ਮੈਂ ਬਿੱਲ ਪਾਸ ਕਰੂੰਗਾ, ਅਦਰਵਾਈਜ਼ ਜੇ ਕਾਨੂੰਨ ਨੇ ਕਿਹਾ ਕਿ ਹਾਂ ਬਿੱਲ ਪਾਸ ਨਹੀਂ ਹੋਣੇ ਚਾਹੀਦੇ ਤੇ ਫਿਰ ਬਿੱਲ ਪਾਸ ਨਹੀਂ ਹੁੰਦੇ ਵੀ ਨਜ਼ਰ ਆਉਣਗੇ। ਯਾਨੀ ਇੱਕ ਸਪਸ਼ਟ ਲਹਿਜ਼ੇ ਦੇ ਵਿੱਚ ਉਹਨਾਂ ਨੇ ਸੈਸ਼ਨ ਨੂੰ ਵੀ ਚੁਣੌਤੀ ਦੇ ਦਿੱਤੀ ਹੈ, ਉਹਨਾਂ ਨੇ ਸਰਕਾਰ ਦੀ ਤਰਫੋਂ ਜਿਹੜੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤੇ ਸੀ ਉਹਨਾਂ ਨੂੰ ਵੀ ਚੁਣੌਤੀ ਦਿੱਤੀ ਹੈ। ਤੇ ਹੁਣ ਸਰਕਾਰ ਕੋਲ ਆਪਸ਼ਨ ਕੀ ਹੈ? ਨਹੀਂ, ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੀ ਰੀਅਲ ਸੈਂਸ ਸਰਕਾਰ ਹੁੰਦੀ ਹੈ। ਜਿਹੜਾ ਸੈਸ਼ਨ ਹੈ ਮੈਂ ਪਹਿਲਾਂ ਹੀ ਦੱਸਤਾ ਪੂਰੀ ਤਰ੍ਹਾਂ ਲੈਜੀਟੀਮੇਟ ਹੈ, ਕਿਸੇ ਤਰ੍ਹਾਂ ਵੀ ਇਲੀਗਲ ਨਹੀਂ ਹੈ। ਗਵਰਨਰ ਵੱਧ ਤੋਂ ਵੱਧ ਬਿੱਲ ਮੋੜ ਸਕਦੇ ਆ, ਕਾਊਂਸਲ ਆਫ ਮਿਨਿਸਟਰ ਦੁਬਾਰਾ ਉਹਨੂੰ ਭੇਜ ਦੂਗੀ ਔਰ ਇਹ ਉਹਨਾਂ ਦੀ ਜ਼ਿੰਮੇਵਾਰੀ ਆ, ਰਿਸਪੌਂਸਿਬਿਲਟੀ ਆ। ਕਾਊਂਸਲ ਆਫ ਮਿਨਿਸਟਰ ਦੇ ਫੈਸਲੇ ਨੂੰ ਉਹ ਦੁਬਾਰਾ ਡਿਨਾਈ ਨਹੀਂ ਕਰ ਸਕਦੇ। ਸੋ ਸਾਡੀ ਸਰਕਾਰ ਨੇ ਕੋਈ ਵੀ ਅਨਕੌਂਸਟੀਟਿਊਸ਼ਨਲ ਕੰਮ ਨਹੀਂ ਕੀਤਾ। ਇਹ ਅਲਟੀਮੇਟਲੀ ਜਿਸ ਤਰ੍ਹਾਂ ਪਿੱਛੇ ਜੇ
ਮਾਈ ਗੌਰਮੈਂਟ ਵਾਲੇ ਇਸ਼ੂ ਤੇ ਗਵਰਨਰ ਸਾਹਿਬ ਨੂੰ ਬਾਅਦ ਚ ਕਲੈਰੀਫਿਕੇਸ਼ਨ ਦੇਣੀ ਪਈ ਸੀ ਇਸ ਮਸਲੇ ਤੇ ਵੀ ਅਲਟੀਮੇਟਲੀ। ਤੁਹਾਨੂੰ ਨਹੀਂ ਲੱਗਦਾ ਪਹਿਲਾਂ ਵੀ ਸਰਕਾਰ ਨੂੰ ਸੈਸ਼ਨ ਬੁਲਾਉਣ ਲਈ ਕੋਰਟ ਦਾ ਦਰਵਾਜ਼ਾ ਖਟਖਟਾਉਣਾ ਪਿਆ ਸੀ, ਐਤਕੀ ਵੀ ਇਸੇ ਤਰ੍ਹਾਂ ਦੇ ਸਮੀਕਰਨ ਬੰਦੇ ਨਜ਼ਰ ਆ ਰਹੇ? ਨਹੀਂ, ਇਹ ਤੇ ਬਹੁਤ ਮੰਦਭਾਗੀ ਪਰੰਪਰਾ ਪੈ ਗਈ ਇਸ ਮੁਲਕ 'ਚ ਕਿ ਚੁਣੀ ਹੋਈ ਸਰਕਾਰ ਦੇ ਫੈਸਲਿਆਂ ਨੂੰ ਗਵਰਨਰ ਮੰਨਦਾ ਨਹੀਂ ਹੈ ਤੇ ਫਿਰ ਸਾਨੂੰ ਅਨਰੇਬਲ ਜਿਹੜੀਆਂ ਸਾਡੀਆਂ ਕਚਹਿਰੀਆਂ ਕੋਰਟਸ ਉੱਥੇ ਜਾਣਾ ਪੈਂਦਾ। ਪਿਛਲੀ ਵਾਰ ਵੀ ਜਦੋਂ ਕਾਉਂਸਲ ਆਫ ਮਿਨਿਸਟਰ ਨੇ ਸੈਸ਼ਨ ਸੱਦਿਆ ਸੀ, ਗਵਰਨਰ ਸਾਹਿਬ ਨੇ ਡਿਨਾਈ ਕਰਤਾ, ਲੇਕਿਨ ਆਨਰੇਬਲ ਸੁਪਰੀਮ ਕੋਰਟ ਜਾਣਾ ਪਿਆ। ਲੇਕਿਨ ਅਲਟੀਮੇਟਲੀ ਫੈਡਰਲ ਸਟਰਕਚਰ ਦਾ ਕੀ ਮਤਲਬ ਹੈ ਜੇ ਹਰ ਗੱਲ ਹੀ ਅਦਾਲਤ 'ਚ ਹੀ ਜਾਣਾ ਪਊ? ਦੇਸ਼ ਸੰਵਿਧਾਨ ਨਾਲ ਚੱਲਦਾ ਹੈ, ਕਾਨੂੰਨ ਨਾਲ ਚੱਲਦਾ ਹੈ। ਸਰਕਾਰਾਂ ਜਿਹੜੀਆਂ ਲੋਕਾਂ ਨੇ ਚੁਣੀਆਂ, ਲੋਕਾਂ ਲਈ, ਲੋਕਾਂ ਦੁਆਰਾ ਲੋਕਾਂ ਵਾਸਤੇ ਚੁਣੀਆਂ ਸਰਕਾਰਾਂ ਹੀ ਅਸਲ ਮਾਇਨੇ 'ਚ ਜਿਹੜੀ ਹੈ ਤਾਕਤ ਰੱਖਦੀਆਂ। ਉਹਨਾਂ ਕੋਲ ਪੂਰੀ ਤਾਕਤ ਹੈ, ਉਹ ਇੰਪਾਵਰ ਹੈ, ਲੋਕ ਉਹਨਾਂ ਨੂੰ ਇੰਪਾਵਰ ਕਰਦੇ ਆ। ਗਵਰਨਰਾਂ ਦਾ ਮਕਸਦ ਤੇ ਸਿਰਫ ਅਸੀਂ ਤੇ ਈਵਨ ਇਹ ਵੀ ਸਾਡੀ ਲੀਡਰਸ਼ਿਪ ਤੇ ਮੰਨਦੀ ਹੈ ਕਿ ਗਵਰਨਰ ਪੋਸਟ ਹੀ ਹਟਾ ਦੇਣੀ ਚਾਹੀਦੀ ਹੈ। ਇਹ ਖਾਮ ਖਾਂ ਦਾ ਇੱਕ ਸਟੇਟ ਤੇ ਬਰਡਨ ਹੈ। ਇਹਨਾਂ ਦਾ ਕੋਈ ਸੂਬੇ ਨੂੰ ਜਿਸ ਸੂਬੇ ਦੇ ਲੱਗਦੇ ਆ ਉੱਥੇ ਕੋਈ ਬੈਨੀਫਿਟ ਨਹੀਂ ਹੋ ਰਿਹਾ। ਚਲੋ ਵੱਡੀ ਗੱਲ ਆਖੀ ਹੈ, ਲੇਕਿਨ ਦੂਜੇ ਪਾਸੇ ਇੱਕ ਹੋਰ ਭਖਦਾ ਹੋਇਆ ਮਸਲਾ ਉਭਰ ਕੇ ਸਾਹਮਣੇ ਆਇਆ। ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਲਈ ਅੱਡ ਤੋਂ ਜ਼ਮੀਨ ਦੇਣ ਦਾ ਵਿਰੋਧੀ ਜਿਹੜੇ ਨੇ ਉਹ ਤੁਹਾਡੀ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਨੇ। ਕਹਿ ਰਹੇ ਨੇ ਕਿ ਜੈਪੁਰ ਦੇ ਵਿੱਚ ਜਿਹੜੀ ਨਾਰਥ ਜ਼ੋਨ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਜੇ ਮਜ਼ਬੂਤੀ ਨਾਲ ਇਸ ਮਸਲੇ ਦੇ ਵਿੱਚ ਪੰਜਾਬ ਦਾ ਪੱਖ ਰੱਖਿਆ ਜਾਂਦਾ ਤੇ ਅੱਜ ਆਹ ਸਿਚੁਏਸ਼ਨ ਬਣਦੀ ਹੋਈ ਨਜ਼ਰ ਨਾ ਆਉਂਦੀ। ਨਹੀਂ, ਦੇਖੋ ਇਹ ਸਾਰਾ ਜਿਹੜਾ ਆ ਇੱਕ ਬਹੁਤ ਪ੍ਰੀ ਪਲੈਨਡ ਸਾਜ਼ਿਸ਼ ਦਾ ਹਿੱਸਾ ਆ ਭਾਜਪਾ ਦਾ। ਪੰਜਾਬ ਦੀ ਕੈਪੀਟਲ ਦੇ ਤੌਰ ਤੇ ਚੰਡੀਗੜ੍ਹ ਜਿਹੜਾ ਵਸਾਇਆ ਗਿਆ ਸੀ 1966 'ਚ ਰੀਆਰਗਨਾਈਜ਼ ਦੇ ਟਾਈਮ ਇਹ ਟੈਂਪਰੇਰੀ ਇੰਤਜ਼ਾਮ ਕੀਤੇ ਸੀ ਕਿ ਹਰਿਆਣਾ ਜਿੰਨਾ ਚਿਰ ਆਪਣੀ ਕੈਪੀਟਲ ਨਹੀਂ ਬਣਾਉਂਦਾ ਉਹ ਇੱਥੇ ਕੁਝ ਹਿੱਸਾ ਸੈਕਟਰੀਏਟ ਲਈ ਵਰਤ ਸਕਦਾ ਹੈ। ਮੈਂ ਉਹੀ ਗੱਲ ਕਹੀ, ਇਹ ਜਿਹੜਾ ਪੰਜਾਬ ਦੇ ਗਵਰਨਰ ਸਾਹਿਬ ਹੈ ਇਹ ਹਰ ਇਸ਼ੂ ਤੇ ਹਰਿਆਣੇ ਦਾ ਪੱਖ ਪੂਰਦੇ ਆ ਰਹੇ ਆ। ਔਰ ਜਿਸ ਤਰੀਕੇ ਨਾਲ ਹਰਿਆਣਾ ਕਹਿੰਦਾ ਵੀ ਸਾਡੇ ਕੋਲ 12 ਏਕੜ ਜ਼ਮੀਨ ਲੈ ਲਓ, ਪਹਿਲੀ ਗੱਲ ਤੇ ਫਿਰ ਤੁਸੀਂ ਤੁਹਾਡੇ ਕੋਲ 12 ਏਕੜ ਜ਼ਮੀਨ ਪੰਚਕੂਲੇ 'ਚ ਹੈਗਾ, ਤੁਸੀਂ ਕੈਪੀਟਲ ਉੱਥੇ ਬਣਾ ਲਓ। ਮਤਲਬ ਤੁਸੀਂ ਖਾਮ ਖਾਂ ਦਾ ਇੱਕ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ, ਇੱਕ ਇਸ਼ੂ ਖੜਾ ਕਰਕੇ ਸੂਬੇ ਦੀਆਂ ਸਾਰਾ ਜਿਹੜਾ ਇੱਕ ਪੀਸਫੁਲ ਸੂਬੇ ਨੂੰ ਡਿਸਟਰਬ ਕਰਨਾ ਚਾਹੁੰਦੇ ਹੋ। ਕਿਆ ਭਾਜਪਾ ਹੁਣ ਇਹ ਚਾਹੁੰਦੀ ਹੈ ਕਿ ਗਵਰਨਰ ਸਾਹਿਬ ਦਾ ਮਕਸਦ ਇਹ ਆ ਵੀ ਪੰਜਾਬ ਡਿਸਟਰਬ ਹੋ ਜਾਏ, ਪੰਜਾਬ ਦੇ ਲੋਕ ਜਿਹੜੇ ਸੜਕਾਂ 'ਤੇ ਆ ਜਾਣ? ਸੋ ਇਹ ਇੰਨਾ ਸੌਖਾ ਨਹੀਂ ਗਾ। ਪੰਜਾਬ ਕਦੀ ਵੀ ਆਪਣਾ ਕਲੇਮ ਚੰਡੀਗੜ੍ਹ ਤੋਂ ਨਹੀਂ ਛੱਡੂਗਾ। ਜੇ ਇਸ ਤਰ੍ਹਾਂ ਦਾ ਕੋਈ ਕੰਮ ਇਹ ਕਰਦੇ ਆ ਇਹ ਪੂਰੀ ਤਰ੍ਹਾਂ ਅਨਕਨਸਟੀਟਿਊਸ਼ਨਲ ਹੋਊਗਾ ਔਰ ਇਹਦੀ ਭਰਪਾਈ ਕਰਨਾ ਭਾਜਪਾ ਨੂੰ ਬਹੁਤ ਮੁਸ਼ਕਲ ਹੋ ਜਾਊ। ਲੇਕਿਨ ਪ੍ਰੋਸੈਸ ਕਿਹਾ ਜਾ ਰਿਹਾ ਹੈ ਕਿ ਆਲਮੋਸਟ ਕੰਪਲੀਟ ਹੁੰਦੀ ਹੋਈ ਨਜ਼ਰ ਆ ਰਹੀ ਹੈ। ਕਿਸੇ ਵੀ ਸਮਾਂ ਨੋਟੀਫਿਕੇਸ਼ਨ ਵੀ ਜਾਰੀ ਹੋ ਸਕਦਾ ਹੈ ਕਿ ਹਰਿਆਣਾ ਨੂੰ ਅਲੱਗ ਵਿਧਾਨ ਸਭਾ ਲਈ ਚੰਡੀਗੜ੍ਹ ਦੇ ਵਿੱਚ ਜ਼ਮੀਨ ਜਿਹੜੀ ਹੈ ਉਹ ਅਲੋਟ ਹੋ ਜੂਗੀ। ਇਸ ਤੇ ਆਮ ਆਦਮੀ ਪਾਰਟੀ ਦਾ ਔਰ ਸਰਕਾਰ ਦਾ ਸਟੈਂਡ ਕੀ ਹੈ? ਨਹੀਂ, ਸਟੈਂਡ ਬੜਾ ਸਪਸ਼ਟ ਹੈ ਕਿ ਚੰਡੀਗੜ੍ਹ ਦੀ 1 ਇੰਚ ਵੀ ਜ਼ਮੀਨ ਅਸੀਂ ਜਿਹੜਾ ਆ ਹਰਿਆਣੇ ਨੂੰ ਨਹੀਂ ਦੇਣੀ ਤੇ ਨਾ ਦੇਣ ਦੇਵਾਂਗੇ। ਠੀਕ ਹੈ, ਆਪਣੇ ਵੱਲੋਂ ਤੇ ਭਾਵੇਂ ਕੋਈ ਚੰਦਰਮਾ ਦੀ ਰਜਿਸਟਰੀ ਕਰਾ ਲੇ, ਕਰਾਈ ਜਾਵੇ, ਉਹਦੇ ਨਾਲ ਕੀ ਫਰਕ ਪੈਂਦਾ। ਸੋ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਹਰਿਆਣਾ ਸਰਕਾਰ ਦੀ ਜਿਹੜੀ ਮਨਸ਼ਾ ਹੈ ਜਾਂ ਸੈਂਟਰ ਦੀ ਭਾਜਪਾ ਸਰਕਾਰ ਦੀ ਜਿਹੜੀ ਮਨਸ਼ਾ ਜਾਂ ਗਵਰਨਰ ਦੀ ਜਿਹੜੀ ਮਨਸ਼ਾ ਹੈ ਉਹ ਵੀ ਸਿਰਫ ਤੇ ਸਿਰਫ ਮਾਹੌਲ ਨੂੰ ਵਿਗਾੜਨ ਦੀ। ਇਹਨਾਂ ਨੂੰ ਵੀ ਪਤਾ ਹੈ ਕਿ ਜ਼ਮੀਨ ਅਸੀਂ ਦੇ ਨਹੀਂ ਸਕਦੇ, ਸਿਰਫ ਤੇ ਸਿਰਫ ਮਾਹੌਲ ਖਰਾਬ ਹੋਵੇ, ਪੰਜਾਬ ਨੂੰ ਡਿਸਟਰਬ ਕੀਤਾ ਜਾਵੇ, ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ। ਇਹ ਭਾਜਪਾ ਦੀ ਰਾਜਨੀਤੀ ਸ਼ੁਰੂ ਤੋਂ ਹੀ ਰਹੀ ਆ। ਉਸ ਏਜੰਡੇ ਨੂੰ ਇਹ ਪੰਜਾਬ 'ਚ ਲਾਗੂ ਕਰਨਾ ਚਾਹੁੰਦੇ, ਲੇਕਿਨ ਪੰਜਾਬੀਆਂ ਮੂੰਹ ਤੋੜ ਜਵਾਬ ਇਹਨਾਂ ਨੂੰ ਦੇ। ਤੁਸੀਂ ਭਾਜਪਾ ਤੇ ਸਵਾਲ ਚੁੱਕੇ ਆ, ਲੇਕਿਨ ਭਾਜਪਾ ਦੇ ਪੰਜਾਬ ਪ੍ਰਧਾਨ ਜਿਹੜੇ ਨੇ ਉਹ ਕਾਂਗਰਸ ਔਰ ਤੁਹਾਡਾ ਜਿਹੜਾ ਆਰਡੀਨੈਂਸ ਨੂੰ ਲੈ ਕੇ ਸਮਝੌਤਾ ਹੋਇਆ ਉਸ ਨੂੰ ਲੈ ਕੇ ਸਵਾਲ ਕਰਦੇ ਨਜ਼ਰ ਆ ਰਹੇ ਨੇ ਕਿ ਹੁਣ ਐਕਸਪੋਜ਼ ਹੋ ਗਿਆ ਕਿ ਏ ਔਰ ਬੀ ਟੀਮ ਕਿਹੜੀ ਸੀ। ਏ ਔਰ ਬੀ ਟੀਮ ਤੇ ਸਪਸ਼ਟ ਹੀ ਹੋ ਗਈ ਹੈ। ਸਾਰੀ ਜਿਹੜੀ ਕਾਂਗਰਸ ਸੀ ਉਹ ਭਾਜਪਾ ਦੇ ਤੇ ਪ੍ਰਧਾਨ ਬਣਾਤੇ। ਇਹ ਤੇ ਅਸ਼ਵਨੀ ਸ਼ਰਮਾ ਜੀ ਨੂੰ ਪੁੱਛੋ ਨਾ ਵੀ ਪੰਜਾਬ ਦਾ ਭਾਜਪਾ ਪ੍ਰਧਾਨ ਕੌਣ ਹੈ। ਪੂਰਾ ਭਾਜਪਾ ਦਾ ਕੈਡਰ ਤੇ ਮਾਯੂਸ ਹੋ ਕੇ ਘਰ 'ਚ ਬਹਿ ਗਿਆ ਪੰਜਾਬ 'ਚ, ਜਿਹੜੇ ਕਈ ਪੀੜ੍ਹੀਆਂ ਤੋਂ ਭਾਜਪਾ ਲਈ ਕੰਮ ਕਰ ਰਹੇ ਸੀ। ਜਿਹੜੀ ਰਿਜੈਕਟਡ ਕਾਂਗਰਸ ਸੀਗੀ ਪੰਜਾਬ, ਜਿਹੜੀ ਲੋਕਾਂ ਵੱਲੋਂ ਰਿਜੈਕਟਡ, ਚਾਹੇ ਉਹ ਜਿੰਨੇ ਮਰਜ਼ੀ ਨਾਂ ਗਿਣ ਲਓ ਤੁਸੀਂ, ਮਨਪ੍ਰੀਤ ਬਾਦਲ ਤੋਂ ਲੈ ਕੇ ਕਾਂਗੜ ਤੇ ਬਲਵੀਰ ਸਿੱਧੂ ਤੇ ਜਾਖੜ ਸਾਹਿਬ, ਸਾਰੇ ਲੋਕਾਂ ਨੂੰ ਇਹਨਾਂ ਨੇ ਭਾਜਪਾ ਦੇ ਸਿਰ ਤੇ ਬਿਠਾਤਾ ਹਰ ਥਾਂ ਤੇ। ਉੱਥੇ ਅਸਾਮ 'ਚ ਹੇਮੰਤ ਬਿਸਵਾ, ਮੱਧ ਪ੍ਰਦੇਸ਼ ਜੋਤਰਾਦਿੱਤ ਸਿੰਧੀਆ, ਆਪਾਂ ਦੇਖ ਰਹੇ ਹਾਂ ਆ ਮਹਾਰਾਸ਼ਟਰ 'ਚ ਕੀ ਹੋ ਰਿਹਾ। ਸੋ ਇਹ ਤੇ ਜਾਖੜ ਸਾਹਿਬ ਸਪਸ਼ਟ ਕਰਨ ਕਿ
ਕਾਂਗਰਸ ਦਾ ਭਾਜਪਾਕਰਨ ਹੋਇਆ ਕਿ ਭਾਜਪਾ ਦਾ ਕਾਂਗਰਸੀਕਰਨ ਹੋਇਆ, ਇਹਨਾਂ ਨੇ ਫੈਸਲਾ ਕਰਨਾ। ਬਿਲਕੁਲ, ਦੇਖੋ ਸਵਾਲ ਚੁੱਕੇ ਨੇ ਔਰ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ। ਜਿਸ ਢੰਗ ਦੇ ਨਾਲ ਮਸਲਾ ਭਖਿਆ ਹੋਇਆ, ਗੁਰਬਾਣੀ ਦੇ ਪ੍ਰਸਾਰਣ ਦਾ ਇੱਕ ਵੱਡਾ ਮਸਲਾ, ਇਸ ਦੇ ਨਾਲ ਹੀ ਰਾਜਪਾਲ ਦੀ ਜਿਹੜੀ ਕੱਲ ਚਿੱਠੀ ਆਈ ਹੈ, ਵੇਖਣ ਵਾਲੀ ਗੱਲ ਰਹੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਆਹ ਮਸਲੇ ਕੀ ਨਵੇਂ ਰੰਗ ਵਿਖਾਉਂਦੇ ਨੇ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।